ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਖਾਸ ਪ੍ਰੋਗਰਾਮ ਖਬਰ ਪੜਤਾਲ ਲੈ ਕੇ। ਅੱਜ ਦੀ ਖਬਰ ਪੜਤਾਲ ਦਾ ਮੁੱਦਾ ਰਹੇਗਾ ਆਖਰਕਾਰ ਖੇਤੀ ਕਾਨੂੰਨਾਂ ਦਾ ਰੇੜਕਾ ਹੁਣ ਕਿੱਧਰ ਵੱਲ ਵਧੇਗਾ, ਕਿਉਂਕਿ ਸੁਪਰੀਮ ਕੋਰਟ ਦੇ ਉੱਤੇ ਸਭ ਦੀਆਂ ਨਿਗਾਹਾਂ ਸੀ ਕਿ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ ਤੇ ਸੁਪਰੀਮ ਕੋਰਟ ਦੇ ਵਿੱਚੋਂ ਕਿਹੋ ਜਿਹੇ ਫੈਸਲੇ ਕਿਸਾਨਾਂ ਅਤੇ ਸਰਕਾਰ ਦੇ ਲਈ ਨਿਕਲਦੇ ਨੇ। ਸੁਪਰੀਮ ਕੋਰਟ ਦੇ ਵਿੱਚ 2 ਦਿਨ ਦੀ ਸੁਣਵਾਈ ਚੱਲੀ ਅਤੇ ਦੂਜੇ ਦਿਨ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਇੱਕ ਕਮੇਟੀ ਦੇ ਗਠਨ ਦੀ ਗੱਲ ਆਖੀ ਹੈ ਤੇ ਨਾਲ ਹੀ ਇਹਨਾਂ ਖੇਤੀ ਕਾਨੂੰਨਾਂ ਨੂੰ ਜਿਨ੍ਹਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਪਿਛਲੇ 49 ਦਿਨਾਂ ਤੋਂ ਚੱਲ ਰਿਹਾ ਹੈ, ਉਸ ਅੰਦੋਲਨ ਦੇ ਜੋ ਖੇਤੀ ਕਾਨੂੰਨ ਨੇ ਉਹਨਾਂ ਨੂੰ ਸਟੇ ਕਰ ਦਿੱਤਾ ਹੈ। ਸੋ ਇਸ ਦੇ ਪਿੱਛੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈ ਤੇ ਕਿਹੋ ਜਿਹੀਆਂ ਗੱਲਾਂ ਕਿਸਾਨ ਯੂਨੀਅਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਤੇ ਇਹਨਾਂ ਦੇ ਨਤੀਜੇ ਕੀ ਨਿਕਲਣਗੇ, ਇਸ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਲਾਇਰ ਨੇ, ਪੇਸ਼ੇ ਪੱਖ ਤੋਂ ਤੇ ਬਾਰ ਕੌਂਸਲ ਦੇ ਐਕਸ ਚੇਅਰਮੈਨ ਰਹਿ ਚੁੱਕੇ ਨੇ ਤੇ ਮੌਜੂਦਾ ਮੈਂਬਰ ਨੇ, ਖੇਤੀਬਾੜੀ ਦੇ ਵਿੱਚ ਮੌਜੂਦਾ ਕੰਮ ਕਰ ਰਹੇ ਨੇ। ਕੇਲਿਆਂ ਦੀ ਖਾਸ ਤੌਰ ਦੇ ਉੱਤੇ ਪ੍ਰੋਡਕਸ਼ਨ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਡੇਅਰੀ ਫਾਰਮਿੰਗ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਮ ਹੈ। ਹਰੀਸ਼ ਰਾਏ ਟਾਂਡਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ, ਫਿਰ ਇੱਕ ਇੱਕ ਕਰਕੇ ਹਰ ਇੱਕ ਮਸਲੇ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਟਾਂਡਾ ਜੀ ਸਵਾਗਤ ਹੈ ਜੀ। ਧੰਨਵਾਦ ਸਰ। ਟਾਂਡਾ ਜੀ, ਸਭ ਤੋਂ ਪਹਿਲਾਂ ਜੋ ਸੁਪਰੀਮ ਕੋਰਟ ਦੇ ਵਿੱਚੋਂ ਬੀਤੇ ਦਿਨ ਹੀ ਫੈਸਲਾ ਆਇਆ, ਉਸ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ? ਬਹੁਤ ਬੜਾ ਫੈਸਲਾ ਹੈ। ਜਿਹੜੀ ਸੁਪਰੀਮ ਕੋਰਟ ਦੀ ਇੰਟਰੈਕਸ਼ਨ ਚੱਲੀ ਹੈ ਕੱਲ੍ਹ ਵੀ ਤੇ ਅੱਜ ਵੀ, ਉਹਦੇ 'ਚੋਂ ਇਹ ਮਹਿਸੂਸ ਹੋਇਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਸ ਐਜੀਟੇਸ਼ਨ ਦੀ ਅਹਿਮੀਅਤ ਵੀ ਸਮਝੀ ਹੈ, ਇਸ ਐਜੀਟੇਸ਼ਨ ਦੇ ਫਾਲੋਆਊਟਸ ਵੀ ਸਮਝੇ ਹੈ ਐਂਡ ਇਹਦਾ ਸਟੇਲਮੇਟ ਹੈ ਜਿਹੜਾ, ਉਹਦੇ 'ਤੇ ਕਿਤੇ ਨਾ ਕਿਤੇ ਗਵਰਨਮੈਂਟ ਤੋਂ ਖਫਾ ਰੁਖ ਵੀ ਨਜ਼ਰ ਆਇਆ। ਇਹਦੇ ਨਾਲ ਦੀ ਨਾਲ ਇਸ ਐਜੀਟੇਸ਼ਨ ਦੇ ਵਿੱਚ ਸੀਨੀਅਰ ਸਿਟੀਜ਼ਨਸ ਤੇ ਬੱਚੇ, ਪਾਰਟਿਕੂਲਰਲੀ ਲੇਡੀਜ਼, ਉਹਨਾਂ ਦੀ ਪਲਾਈਟ ਨੂੰ ਲੈ ਕੇ, ਉਹਨਾਂ ਦੀ ਸਿਹਤ ਨੂੰ ਲੈ ਕੇ ਉਹਦੇ 'ਚ ਵੀ ਫਿਕਰ ਜ਼ਾਹਰ ਹੋਇਆ ਤੇ ਐਕਟ ਇਟਸੈਲਫ, ਉਹਦੀ ਲੀਗੈਲਿਟੀ, ਗਵਰਨਮੈਂਟ ਆਫ ਇੰਡੀਆ ਦਾ ਰਾਈਟ ਟੂ ਐਨੈਕਟ ਇਹ ਕਾਨੂੰਨ, ਉਹਦੇ 'ਤੇ ਵੀ ਸ਼ਾਇਦ ਉਹਨਾਂ ਨੂੰ ਖਦਸ਼ਾ ਹੋਇਆ। ਇਸ ਕਰਕੇ ਉਹਨਾਂ ਨੇ ਇਸ ਸਾਰੇ ਐਕਟਸ ਦੀ ਫਿਊਚਰ ਇੰਪਲੀਮੈਂਟੇਸ਼ਨ 'ਤੇ ਅਣਮਿੱਥੇ ਸਮੇਂ ਲਈ ਆਉਣ ਵਾਲੇ ਲਈ ਰੋਕ ਲਗਾ ਦਿੱਤੀ ਹੈ ਤੇ ਮੈਂ ਸਮਝਦਾ ਕਿ ਬੜਾ ਅਹਿਮ ਫੈਸਲਾ ਹੈ ਤੇ ਇਸ ਫੈਸਲੇ ਦਾ ਸਵੀਕਾਰ ਫਾਰਮਰਸ ਵੱਲੋਂ ਹੋਊਗਾ, ਮੈਂ ਐਸਾ ਸੋਚਦਾ ਸੀ। ਪਰ ਅੱਜ ਵੀ ਮੈਨੂੰ ਸਮਝ ਆਇਆ ਕਿ ਕਿਤੇ ਨਾ ਕਿਤੇ ਇਸ ਫੈਸਲੇ 'ਤੇ ਵੀ ਹਲੇ ਸੰਤੁਸ਼ਟ ਨਹੀਂ ਹੈ, ਜਿਹਨੂੰ ਲੈ ਕੇ ਸਾਡੀ ਚਿੰਤਾ ਸਭ ਦੀ ਬਹੁਤ ਵਧੀ ਹੋਈ ਹੈ, ਦਿਲਾਂ ਦੀ ਸਾਡੀ ਧੜਕਣ ਵਧੀ ਹੋਈ ਹੈ। ਜਿੰਨੇ ਲੋਕ ਉੱਥੇ ਬੈਠੇ ਹੈ ਉਹ ਇੰਨੇ ਮਾੜੇ ਹਾਲਾਤ, ਠੰਡ ਦੀ ਵਜ੍ਹਾ ਨਾਲ, ਐਂਡ ਹਾਈਜੀਨ ਦਾ ਪ੍ਰੋਬਲਮ ਆ ਉੱਥੇ ਸਭ ਤੋਂ ਵੱਧ। ਇੰਨੇ ਬੰਦਿਆਂ ਲਈ ਟੋਇਲਟਸ, ਬੇਦਿੰਗ ਏਰੀਆ, ਈਟਿੰਗ, ਐਵਰੀਥਿੰਗ, ਉਹਦੇ ਜਿਹੜੇ ਇੰਪੈਕਟ ਹੈ, ਹੈਲਥ ਇਸ਼ੂਜ਼ ਹੈ, ਉਹ ਰਾਈਜ਼ ਹੋਣਗੇ। ਕਈ ਡੈਥਸ ਹੋ ਰਹੀਆਂ। ਇੱਕ ਯੰਗਸਟਰ ਦੀ ਡੈਥ ਹੋਈ ਹੈ 40+ ਦੀ ਹਾਰਟ ਅਟੈਕ ਨਾਲ। ਇਟ ਮੀਨਸ ਕਿ ਜਿਹੜੀ ਠੰਡ ਹੈ ਉਹ ਆਪਣਾ ਇੰਪੈਕਟ ਹਿਊਮਨ ਬੋਡੀ 'ਤੇ ਦਿਖਾ ਰਹੀ ਹੈ। ਇਹਦੇ ਲਈ ਦਿਲ ਬਹੁਤ ਪਰੇਸ਼ਾਨ ਹੈ। ਜਿੰਨੇ ਵੀ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ ਹੈ, ਕਿਸਾਨਾਂ ਨਾਲ ਪਿਆਰ ਕਰਨ ਵਾਲੇ ਲੋਕ ਹੈ, ਸਾਡੇ ਸਾਰਿਆਂ ਦੇ ਅੰਦਰ ਬਹੁਤ ਬੜੀ ਚੀਜ਼ ਹੈ। ਲੱਗਦਾ ਹੈ, ਦੁਆ ਕਰਦੇ ਹਾਂ ਕਿ ਇਹਦਾ ਕੋਈ ਰਾਹ ਨਿਕਲੇ, ਖਤਮ ਹੋਵੇ। ਜੀ ਟਾਂਡਾ ਜੀ, ਜਿਸ ਤਰੀਕੇ ਦੇ ਨਾਲ ਹੁਣ ਖੇਤੀ ਕਾਨੂੰਨਾਂ ਨੂੰ ਸਟੇ ਕੀਤਾ ਗਿਆ, ਕੀ ਵੇਖ ਰਹੇ ਹੋ ਕਿ ਇਹ ਫੈਸਲਾ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਆ ਜਾਂ ਸਰਕਾਰ ਦੇ ਹੱਕ ਦੇ ਵਿੱਚ? ਕਿਉਂਕਿ ਜੋ ਕਿਸਾਨ ਨੇ ਉਹ ਕਹਿੰਦੇ ਕਿ ਅਸੀਂ ਸਟੇ ਦੀ ਮੰਗ ਨਹੀਂ ਸੀ ਕਰ ਰਹੇ, ਅਸੀਂ ਇਹਨਾਂ ਖੇਤੀ ਕਾਨੂੰਨਾਂ ਦੇ ਰੱਦ ਕਰਨ ਦੀ ਮੰਗ ਕਰ ਰਹੇ ਸੀ। ਸੁਪਰੀਮ ਕੋਰਟ ਤਾਂ ਰੱਦ ਨਹੀਂ ਕਰ ਸਕਦਾ ਨਾ ਜੀ। ਸੁਪਰੀਮ ਕੋਰਟ ਕਿਸੇ ਨੂੰ ਸੁਣੂਗਾ, ਸੁਣ ਕੇ ਲਾਅ ਦੇ ਮੁਤਾਬਕ ਹੀ ਉਹਨੂੰ ਰੱਦ ਕਰ ਸਕਦਾ ਹੈ ਤੇ ਛੋਟੇ ਸਮੇਂ ਦੇ ਵਿੱਚ ਜਿੰਨੀ ਕੁ ਸੁਣਵਾਈ ਹੋਈ ਹੈ ਇਹਦੇ ਵਿੱਚ ਉਹ ਰੋਕ ਹੀ ਲਗਾ ਸਕਦੇ ਸੀ, ਬੰਦੀ ਲਗਾ ਸਕਦੇ ਸੀ, ਲਾਈ ਹੈ। ਇਸ ਤੋਂ ਵੱਡਾ ਰਿਲੀਫ ਮੈਂ ਨਹੀਂ ਸਮਝਦਾ ਇਸ ਸਟੇਜ 'ਤੇ ਮਿਲ ਸਕਦਾ ਹੈ। ਜਿਹੜਾ ਅਲਟੀਮੇਟਲੀ ਰੱਦ ਕਰਨ ਵਾਲਾ ਹੈ ਉਹ ਤਾਂ ਅਲਟੀਮੇਟ ਹੋਊਗਾ। ਅੱਜ ਉਹਦੇ ਬਾਰੇ ਕਮੈਂਟ ਕਰਨਾ ਮੁਮਕਿਨ ਨਹੀਂ ਹੈ, ਪੋਸੀਬਲ ਨਹੀਂ ਹੈ, ਕਰ ਵੀ ਨਹੀਂ ਸਕਦਾ ਕੋਈ। ਜੀ ਤੇ ਨਾਲ ਹੀ ਟਾਂਡਾ ਜੀ, ਜੋ ਹੁਣ ਕਿਸਾਨ ਪ੍ਰੈਸ ਕਾਨਫਰੰਸ ਕਰਦੇ ਨੇ, ਕਿਸਾਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ, ਕਹਿੰਦੇ ਕਿ ਜੋ ਕਮੇਟੀ ਦਾ ਗਠਨ ਕੀਤਾ ਗਿਆ ਉਸ ਕਮੇਟੀ ਦੇ ਮੈਂਬਰਾਂ ਦੇ ਉੱਤੇ ਹਜੇ ਵੀ ਅਵਿਸ਼ਵਾਸੀ ਜਤਾ ਰਹੇ ਨੇ, ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ, ਕਮੇਟੀ ਹੈ ਜਿਹੜੀ ਉਹ ਮੀਡੀਏਸ਼ਨ ਲਈ ਹੈ, ਜਿੰਨਾ ਕੁ ਮੈਨੂੰ ਸਮਝ ਆਈ ਹੈ। ਜੋ ਵਰਬਲ ਕਮੈਂਟ ਸੀਗੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਵੱਲੋਂ, ਤੇ ਆਰਡਰ ਫਾਈਨਲ ਹਲੇ ਲਿਖਤੀ ਰੂਪ 'ਚ ਨਹੀਂ ਆਇਆ।
ਇਹ ਕਮੇਟੀ ਨੇ ਕੋਈ ਫੈਸਲਾ ਤਾਂ ਨਹੀਂ ਕਰਨਾ, ਇਸ ਕਮੇਟੀ ਨੇ ਕੋਈ ਡਿਸੀਜਨ ਨਹੀਂ ਦੇਣਾ। ਕਮੇਟੀ ਨੇ ਗਵਰਨਮੈਂਟ ਨੂੰ ਤੇ ਫਾਰਮਰਸ ਦੇ ਵਿੱਚ ਮੀਡੀਏਸ਼ਨ ਕਰਨੀ ਹੈ, ਵਿਚੋਲੀਆਪਨ ਕਰਨਾ ਹੈ, ਸਮਝਾਉਣਾ ਹੈ, ਕਨਵਿੰਸ ਕਰਨਾ ਹੈ, ਦੋਨਾਂ ਦੇ ਜਿਹੜੇ ਮਤਭੇਦ ਆ ਉਹਨੂੰ ਦੂਰ ਕਰਨ ਦਾ ਪ੍ਰਯਾਸ ਕਰਨਾ ਹੈ। ਜੇ ਕੋਈ ਵੀ ਪਾਰਟੀ ਉਹਨਾਂ ਤੋਂ ਸੰਤੁਸ਼ਟ ਨਹੀਂ, ਉਹ ਨਿਕਾਰ ਸਕਦੀ ਹੈ ਉਹਨਾਂ ਦੇ ਸੁਝਾਵਾਂ ਨੂੰ। ਇਹ ਕੋਈ ਉਹਨਾਂ ਦੇ ਉੱਤੇ ਬੰਧਨ ਤਾਂ ਨਹੀਂ ਹੈ, ਇਹ ਤਾਂ ਇੱਕ ਇਹਨਾਂ ਦਾ ਆਪਸ ਦੇ ਵਿੱਚ ਐ ਸਮਝੋ ਜਿਹੜਾ ਡੈਡਲੌਕ ਹੋਇਆ ਹੈ ਉਹਦੇ ਵਿੱਚ ਤੋੜ ਪਾਉਣ ਦਾ ਇੱਕ ਤਰੀਕਾ ਹੈ, ਅਤੇ ਇਹਨੂੰ ਰੱਦ ਕਰਨਾ ਮੈਂ ਨਹੀਂ ਸਮਝਦਾ ਕੋਈ, ਜਾਂ ਨਾ ਕਰਨਾ ਇਹਦੇ 'ਚ ਕੋਈ ਅਹਿਮੀਅਤ ਹੈ। ਇਹ ਜੇ ਟਾਕ ਲਈ ਅਸੀਂ ਸਿੱਧਾ ਗਵਰਨਮੈਂਟ ਨਾਲ ਜਾ ਸਕਦੇ ਹਾਂ, ਤਾਂ ਕਿਤੇ ਨਾ ਕਿਤੇ ਜੇ ਕਿਤੇ ਕਮੇਟੀ ਹੈ ਉਹ ਵੀ ਵਿੱਚ ਇੰਟਰਫੀਅਰ ਕਰ ਸਕਦੀ ਹੈ। ਤੁਹਾਨੂੰ ਸੁਝਾਅ ਹੀ ਦੇਣਾ ਉਹਨਾਂ ਨੇ ਕਮੇਟੀ ਨੇ ਕਿਹੜਾ ਆਪਣਾ ਫੈਸਲਾ ਦੇਣਾ, ਉਹਨਾਂ ਨੇ ਕੋਈ ਫੈਸਲਾ ਨਹੀਂ ਦੇਣਾ ਜੇ ਮੀਡੀਏਸ਼ਨ ਕਮੇਟੀ ਹੈ। ਜੇ ਉਹਨਾਂ ਨੇ ਕਮੇਟੀ ਐਡਵਾਈਜ਼ਰੀ ਬਣਾਈ ਹੈ ਫਿਰ ਗੱਲ ਹੋਰ ਹੈ, ਇਹ ਆਰਡਰ ਪੜ੍ਹ ਕੇ ਪਤਾ ਲੱਗ ਜੂ, ਕਲੀਅਰ ਹੋ ਜੂ। ਜੀ, ਜੋ ਹੁਣ ਤੱਕ ਸਮਝ ਦੇ ਵਿੱਚ ਆਇਆ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਕਮੇਟੀ ਨੂੰ ਸਮਾਂ ਦਿੱਤਾ ਗਿਆ ਹੈ ਤੇ 8 ਹਫ਼ਤਿਆਂ ਤੇ ਬਾਅਦ ਜਿਹੜੀ ਦੁਬਾਰਾ ਸੁਣਵਾਈ ਹੋਣੀ ਹੈ। ਉਸ ਤੋਂ ਪਹਿਲਾਂ ਜਿਹੜੀ ਇਸ ਕਮੇਟੀ ਨੇ ਰਿਪੋਰਟ ਦੋਹਾਂ ਧਿਰਾਂ ਦੀ ਸੁਣ ਕੇ ਜੋ ਰਿਪੋਰਟ ਹੈ ਸੁਪਰੀਮ ਕੋਰਟ ਨੂੰ ਸੌਂਪਣੀ ਹੈ। ਇਹਨਾਂ ਵਕਫੇ ਵਿੱਚ ਤੇ ਇਸ ਵਕਫੇ ਦੇ ਦੌਰਾਨ ਦੋਹਾਂ ਧਿਰਾਂ ਦੀ ਸੁਣਵਾਈ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਕਿਉਂਕਿ ਜੇਕਰ ਕਿਸਾਨ ਨਹੀਂ ਪਹੁੰਚ ਰਹੇ, ਕਿਸਾਨਾਂ ਨੂੰ 10 ਦਿਨ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਨੀ ਹੈ ਕਮੇਟੀ ਨੇ, ਕਿਸਾਨ ਅੱਜ ਹੀ ਉਸ ਚੀਜ਼ ਨੂੰ ਰੱਦ ਕਰ ਦਿੰਦੇ ਨੇ, ਤਾਂ ਕਮੇਟੀ ਅੱਗੇ ਕਿਸ ਪੱਖੋਂ ਕੀ ਪੱਖ ਤੋਂ ਜਾ ਸਕਦੀ ਹੈ, ਕਿ ਸਰਕਾਰ ਦੇ ਪੱਖ ਤੋਂ ਕੀ ਹੋ ਸਕਦਾ? ਕਮੇਟੀ ਆਪਣੀ ਰਿਪੋਰਟ ਦੇ ਦਿਓ ਜੀ। ਸੁਪਰੀਮ ਕੋਰਟ ਨੇ ਕਮੇਟੀ ਸ਼ਹੀਨ ਬਾਗ 'ਤੇ ਵੀ ਭੇਜੀ ਸੀ, ਸੁਪਰੀਮ ਕੋਰਟ ਨੇ ਆਪਣੀ ਕਮੇਟੀ ਮੰਦਰ 'ਤੇ ਵੀ ਭੇਜੀ ਸੀਗੀ, ਜਿਹੜਾ ਰਾਮ ਜਨਮ ਮੰਦਰ ਹੈ, ਐਂਡ ਉਸ ਕਮੇਟੀ ਨੇ ਵੀ ਰਿਜ਼ੋਲਵ ਨਹੀਂ ਕਰਾ ਸਕਿਆ ਸੀ। ਪਰ ਉਸ ਕਮੇਟੀ ਦੀ ਜਿਹੜੀ ਮੀਡੀਏਸ਼ਨ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਬਿਟਰਨੈਸ ਜ਼ਰੂਰ ਘੱਟ ਹੋਈ ਸੀ ਤਰ੍ਹਾਂ ਦੇ ਵਿੱਚ, ਕਿਤੇ ਨਾ ਕਿਤੇ ਸੌਫਟਨੈਸ ਸ਼ਹੀਨ ਬਾਗ ਦੇ ਵਿੱਚ ਵੀ ਉਹ ਲੈ ਕੇ ਆਏ ਸੀਗੇ, ਸਹੀ ਪ੍ਰਸਪੈਕਟਿਵ ਸੁਪਰੀਮ ਕੋਰਟ ਕੋਲ ਜਾ ਕੇ ਰੱਖਿਆ ਵੀ ਸੀ। ਸੋ ਮੈਂ ਸਮਝਦਾ ਕਮੇਟੀ ਇੱਕ ਪੋਜ਼ਿਟਿਵ ਸਟੈਪ ਹੈ, ਕੋਈ ਨੈਗੇਟਿਵ ਸਟੈਪ ਨਹੀਂ ਹੈ ਜੀ। ਤੇ ਟਾਂਡਾ ਜੀ, ਹੁਣ ਕਿਸਾਨ ਜਥੇਬੰਦੀਆਂ ਜਿਸ ਤਰ੍ਹਾਂ ਨਕਾਰ ਰਹੀਆਂ ਨੇ ਇਸ ਚੀਜ਼ ਨੂੰ, ਕੋਰਟ ਦੇ ਵੱਲੋਂ ਕਮੇਟੀ ਬਣਾਈ ਗਈ ਹੈ, ਕਿਤੇ ਕਿਸਾਨਾਂ ਦੇ ਕਿਸਾਨ ਆਗੂ ਨੂੰ ਮੈਂ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ ਦੌਰਾਨ, ਉਹ ਕਹਿੰਦੇ ਕਿ ਅਸੀਂ ਇਸ ਕਮੇਟੀ ਦੇ ਵਿੱਚ ਇਸ ਕਰਕੇ ਨਹੀਂ ਜਾ ਰਹੇ ਕਿਉਂਕਿ ਇਸ ਦੇ ਨਾਲ ਸਾਡਾ ਸੰਘਰਸ਼ ਠੰਡਾ ਪੈ ਸਕਦਾ, ਉਹਨਾਂ ਨੂੰ ਲੱਗ ਸਕਦਾ ਹੈ ਕਿ ਜੋ ਕਮੇਟੀ ਫੈਸਲਾ ਕਰ ਰਹੀ ਹੈ ਇਹ ਉਹਨਾਂ ਦੇ ਨਾਲ ਨੇ। ਇਹਦਾ ਮਤਲਬ ਉਹਨਾਂ ਨੂੰ ਆਪਣੇ ਕਨਸਟੀਚੁਐਂਟਸ 'ਤੇ ਯਕੀਨ ਨਹੀਂ ਹੈ ਜੀ। ਦੇਖੋ, ਇਹ ਇੱਕ ਨੈਸ਼ਨਲ ਇੰਪੋਰਟੈਂਸ ਦਾ ਇਸ਼ੂ ਹੈ, ਇਹਦੇ ਲਈ ਸੰਜੀਦਗੀ ਸਰਕਾਰ ਵੱਲੋਂ ਵੀ ਹੋਣੀ ਚਾਹੀਦੀ, ਸੰਜੀਦਗੀ ਐਜੀਟੇਸ਼ਨਿਸਟ ਵੱਲੋਂ ਵੀ ਹੋਣੀ ਚਾਹੀਦੀ ਹੈ। ਮੇਰਾ ਜੇ ਮਨ ਪੁੱਛੋਂ, ਜੇ ਮੈਂ ਕਿਤੇ ਸਰਕਾਰ ਹੋਵਾਂ, ਮੈਂ ਤਾਂ ਕਹਾਂ ਮੈਂ ਤੁਰ ਕੇ ਚਲੇ ਜਾਊਂ ਇਹਨਾਂ ਕੋਲ ਕਿ ਭਾਈ ਇਹ ਕਾਨੂੰਨ ਜਾਤੀ ਤੁਸੀਂ ਨਹੀਂ ਮੰਨਦੇ, ਨਹੀਂ ਲਾਵਾਂਗੇ ਜੀ। ਇਹ ਇੰਨਾ ਦਰਿਆ ਦਿਲ ਸਰਕਾਰ ਨੂੰ ਦਿਖਾ ਦੇਣਾ ਚਾਹੀਦਾ। ਖਾਸ ਤੌਰ 'ਤੇ ਇਹ ਐਜੀਟੇਸ਼ਨ ਦਾ ਜਿਹੜਾ ਰੁੱਖ ਹੈ ਇਹ ਇਮੋਸ਼ਨਲ ਹੈ, ਭਾਵਕ ਹੈ, ਭਾਵਨਾ ਨਾਲ ਜੁੜਿਆ ਹੋਇਆ ਹੈ। ਇੱਕ ਅਜਿਹੀ ਐਜੀਟੇਸ਼ਨ ਹੈ ਜਿਹੜੀ ਬੜੀ ਵਿਲੱਖਣੀ ਹੈ ਦੂਜੀਆਂ ਐਜੀਟੇਸ਼ਨਸ ਨਾਲੋਂ, ਜਿਹਦੇ ਵਿੱਚ ਲੋਕਾਂ ਨੂੰ ਘੇਰ ਕੇ ਹਰਡ ਕਰਕੇ ਉੱਥੇ ਨਹੀਂ ਲਿਜਾਇਆ ਜਾ ਰਿਹਾ, ਲੋਕ ਸਵੈ ਇੱਛਾ ਨਾਲ ਜਾ ਰਹੇ ਹੈ। ਉੱਥੇ ਦਾ ਜਿਹੜਾ ਦਿਨ ਦਾ ਫੁੱਟਫਾਲ ਹੈ ਉਹ ਸ਼ਾਇਦ ਜਿਹਨੇ ਉੱਥੇ ਠਹਿਰੇ ਹੋਏ ਉਹਨਾਂ ਦੇ ਬਰਾਬਰ ਹੈ। ਲੋਕ ਇੰਨੀਆਂ ਐਕਸਟ੍ਰੀਮ ਕਲਾਈਮੇਟਿਕ ਪ੍ਰਸਥਿਤੀਆਂ ਨੂੰ ਫੇਸ ਕਰਦੇ ਹੋਏ ਉੱਥੇ ਠੰਡ ਦੇ ਵਿੱਚ ਬੈਠੇ ਆ, ਉਸ ਹਾਲਾਤ 'ਚ ਬੈਠੇ ਆ, ਲੇਡੀਜ਼ ਬੈਠੀਆਂ ਜਿਨ੍ਹਾਂ ਨੂੰ ਪ੍ਰੋਪਰ ਅਰੇਂਜਮੈਂਟ ਸਟੇ ਲਈ ਨਹੀਂ ਹੈ, ਉਹਨਾਂ ਦੀ ਪ੍ਰਾਈਵੇਸੀ ਨਹੀਂ ਹੈ, ਉੱਥੇ ਵੀ ਠਹਿਰੇ ਹੋਏ ਆ। ਲੋਕ ਕਿਸ ਢੰਗ ਦੇ ਨਾਲ ਜੁਟੇ ਹੈ, ਦਾਨੀ ਸੱਜਣ ਪਹੁੰਚ ਰਹੇ ਹੈ, ਸੇਵਾ ਵਾਲੇ ਸੱਜਣ ਪਹੁੰਚ ਰਹੇ ਹੈ। ਇਹ ਇੱਕ ਬੜੀ, ਇਹਦੇ ਤੋਂ ਅੰਡਰਸਟੈਂਡ ਕਰਨਾ ਚਾਹੀਦਾ ਗਵਰਨਮੈਂਟ ਆਫ ਇੰਡੀਆ ਨੂੰ। ਇਹ ਬੜੀ ਇਮੋਸ਼ਨਲ ਇਸ਼ੂ ਹੈ। ਇਸ ਇਸ਼ੂ ਨੂੰ ਕਨਵਿੰਸਿੰਗ ਦੇ ਨਾਲ, ਤਰਕ ਦੇ ਨਾਲ ਤੁਸੀਂ ਨਹੀਂ ਤੋੜ ਸਕਦੇ। ਜੇ ਮਦਸਤਾ ਕਰੂਗੀ ਕਮੇਟੀ, ਉਹ ਜੇ ਤਰਕ ਕਰੂਗੀ, ਤਰਕ ਨਾਲ ਮੇਰਾ ਖਿਆਲ ਫਿਰ ਵੀ ਇਹਨਾਂ ਨੇ ਕਨਵਿੰਸ ਨਹੀਂ ਹੋਣਾ, ਕਿਉਂਕਿ ਲੌਜਿਕ ਤੇ ਫਾਰਮਰ ਆਉਣ ਨੂੰ ਤਿਆਰ ਨਹੀਂ ਹੈ। ਕਿਉਂਕਿ ਫਾਰਮਰ ਲੌਜਿਕ ਤੇ ਆਉਣ ਨੂੰ ਤਿਆਰ ਨਹੀਂ ਹੈ, ਇਸ ਲਈ ਜਿਹੜੀ ਫਾਰਮ ਲੀਡਰਸ ਹੈ ਉਹ ਵੀ ਕੋਈ ਡਿਸੀਜਨ ਲੈਣ ਲਈ ਅਸਮਰਥ ਹੈ। ਇਸ ਸਿਚੁਏਸ਼ਨ 'ਚ ਗਵਰਨਮੈਂਟ ਨੂੰ ਪਹਿਲ ਕਰਨੀ ਚਾਹੀਦੀ ਹੈ। ਗਵਰਨਮੈਂਟ ਨੂੰ 4 ਕਦਮ 5 ਕਦਮ 10 ਕਦਮ ਜਿੰਨੇ ਅੱਗੇ ਡਿੰਗਾਂ ਲੈਣੀਆਂ ਪੈਣ ਉਹ ਲੈਣੀਆਂ ਚਾਹੀਦੀਆਂ। ਤੇ ਜੇ ਤੋਮਰ ਸਾਹਿਬ ਉੱਥੇ ਜਾ ਕੇ ਕਹਿ ਵੀ ਦੇਣ ਕਿ ਮੈਂ ਆ ਗਿਆ, ਇਹ ਕਾਨੂੰਨ ਉਦੋਂ ਤੱਕ ਅਸੀਂ ਨਹੀਂ ਲਾਗੂ ਕਰਾਂਗੇ ਜਦ ਤੱਕ ਤੁਸੀਂ ਸਾਡੇ ਨਾਲ ਸਹਿਮਤ ਨਹੀਂ ਕਰਦੇ, ਮੈਂ ਸਮਝਦਾ ਸਰਕਾਰ ਦੀ ਜਿੱਤ ਹੋਊਗੀ ਜੀ। ਤੇ ਟਾਂਡਾ ਜੀ, ਜਦੋਂ ਤੋਂ ਇਹ ਕਾਨੂੰਨਾਂ ਦਾ ਲੈ ਕੇ ਰੇੜਕਾ ਪੈਦਾ ਹੋਇਆ ਉਦੋਂ ਤੋਂ ਇਹ ਚਰਚਾਵਾਂ ਨੇ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਹੁਣ ਰੱਦ ਕਰਕੇ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਕੋਈ ਨਵਾਂ ਪੇਸ਼ ਕਰ ਦੇਵੇ। ਕੀ ਅਜਿਹਾ ਸੰਭਵ ਹੋ ਸਕਦਾ ਹੈ? ਨਹੀਂ ਹੋ ਸਕਦਾ। ਦੇਖੋ, ਇਸ ਸਟੇਜ ਤੇ ਨਹੀਂ ਕਰਨਾ ਚਾਹੀਦਾ ਜੀ। ਮੈਂ ਸਮਝਦਾ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਸ ਸਟੇਜ ਤੇ ਪੰਜਾਬ ਤੇ ਹਰਿਆਣੇ ਵਿੱਚੋਂ ਡੈਫੀਨੇਟਲੀ ਇਹ ਕਾਨੂੰਨ ਵਿਡਰਾਅ ਕਰ ਲੈਣੇ ਚਾਹੀਦੇ, ਜਾਂ ਕਹਿ ਲਓ ਕੋਲਡ ਸਟੋਰ 'ਚ ਪਾ ਦੇਣੇ ਚਾਹੀਦੇ।
ਇਹ ਅਸ਼ੋਰੈਂਸ ਦੇ ਦੇਣੀ ਚਾਹੀਦੀ ਹੈ ਕਿ ਜਦ ਤੱਕ ਤੁਸੀਂ ਸਹਿਮਤੀ ਨਹੀਂ ਪ੍ਰਗਟ ਕਰੋਗੇ, ਜਦ ਤੱਕ ਤੁਸੀਂ ਇਸ ਕਾਨੂੰਨ ਦੀ ਬਣਤਰ ਦੀ ਜਿਹੜੀ ਸ਼ਕਲ ਬਦਲਣੀ ਹੈ ਤੁਸੀਂ ਐਗਰੀ ਨਹੀਂ ਕਰ ਜਾਓਗੇ, ਅਸੀਂ ਇਹ ਕਾਨੂੰਨ ਨਹੀਂ ਲਾਗੂ ਕਰਾਂਗੇ। ਇਹ ਅਸ਼ੋਰੈਂਸ ਜੇ ਗਵਰਨਮੈਂਟ ਆਫ ਇੰਡੀਆ ਦੇਵੇ, ਮੈਂ ਸਮਝਦਾ ਇਹਦੇ ਤੇ ਫਾਰਮਰ ਆਪਣੀ ਐਜੀਟੇਸ਼ਨ ਵਾਈਂਡ ਅਪ ਵੀ ਕਰ ਲੈਣਗੇ। ਪਰ ਇਸ ਅਸ਼ੋਰੈਂਸ ਦਾ ਮਤਲਬ ਹੋਣਾ ਚਾਹੀਦਾ ਹੈ, ਇਹ ਵਚਨਬੱਧਤਾ ਪੱਕੀ ਹੋਣੀ ਚਾਹੀਦੀ ਹੈ। ਉਹਦੇ ਬਾਅਦ ਮਹੀਨਾ ਠਹਿਰ ਕੇ ਖੁੱਲ੍ਹੇ ਦਿਲ ਨਾਲ ਫਾਰਮਰਸ ਨਾਲ ਮੀਟਿੰਗ ਕੀਤੀਆਂ ਜਾਣ, ਫਾਰਮਰਸ ਦੀਆਂ ਵੇਰੀਅਸ ਇਕੱਠ ਕਰਕੇ ਫਾਰਮਰ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ, ਉਹਨਾਂ ਦਾ ਪੱਖ ਸਮਝਣ ਦੀ ਵੀ ਕੋਸ਼ਿਸ਼ ਕੀਤੀ ਜਾਵੇ, ਫਾਰਮਰਸ ਨੂੰ ਸੁਣਿਆ ਜਾਵੇ ਕਿ ਕੀ ਚਾਹੁੰਦੇ ਹੈ। ਅਤੇ ਇਹ ਐਡੀ ਵੱਡੀ ਇੱਕ ਫਾਰਮ ਮੂਵਮੈਂਟ ਹੈ, ਪਰ ਇਹਦੇ 'ਚ ਮੈਂ ਇੱਕ ਚੀਜ਼ ਸਮਝਦਾ, ਮੈਨੂੰ ਦੁੱਖ ਹੋਇਆ ਇਹਦੇ 'ਚ ਇੱਕ ਮੰਗ ਨਹੀਂ ਹੈ। ਇੱਕ ਮੰਗ ਇਹ ਹੋਣੀ ਚਾਹੀਦੀ ਸੀ ਜਿਹੜੀ ਅਸੀਂ ਮਨਵਾ ਸਕਦੇ ਸੀ, ਇਸ ਮੁੜ ਕੇ ਪਤਾ ਨਹੀਂ ਕਦੇ ਮੰਨੀ ਜਾਵੇ ਨਾ ਮੰਨੀ ਜਾਵੇ। ਉਹ ਮੰਗ ਇਹ ਸੀ ਕਿ ਝੋਨੇ ਦੀ ਬਦਲ ਦੀਆਂ ਫਸਲਾਂ ਜਿਹੜੀਆਂ ਉਹਦੀ ਪ੍ਰੋਕਿਉਰਮੈਂਟ ਹੋਣੀ ਚਾਹੀਦੀ ਹੈ, ਅਤੇ ਜਿੰਨੀ ਉਹਦੀ ਕਮਾਈ ਦਾ ਘੱਟ ਹੈ ਉਨੀ ਇਹ ਦੋ ਸੂਬਿਆਂ ਦੇ ਫਾਰਮਰਸ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਦੋ ਸੂਬਿਆਂ ਨੇ ਪੂਰੇ ਹਿੰਦੁਸਤਾਨ ਦਾ ਜਿਹੜਾ ਅਨਾਜ ਸੰਕਟ ਦਾ ਸਮਾਂ ਸੀ 1965 ਤੋਂ ਲੈ ਕੇ ਅੱਜ ਤੱਕ ਉਹ ਪੂਰਾ ਕੀਤਾ, ਆਪਣੇ ਪਿੰਡੇ ਨਾਲ ਹੰਢਾਇਆ, ਆਪਣੀ ਜ਼ਮੀਨ ਦੀ ਕਿਸਮ ਹੈ ਜਿਹੜੀ ਉਹਨੂੰ ਬਰਬਾਦ ਕਰਕੇ ਹੰਢਾਇਆ, ਪੰਜਾਬ ਅਤੇ ਹਰਿਆਣੇ ਦੇ ਪਾਣੀ ਬਰਬਾਦ ਕਰਕੇ ਉਹਨਾਂ ਨੇ ਫੁੱਲਫਿਲ ਕੀਤਾ। ਅੱਜ ਧਰਮ ਬਣਦਾ ਹੈ ਸੈਂਟਰਲ ਗਵਰਨਮੈਂਟ ਦਾ, ਇਹਨਾਂ ਦੇ ਅੱਗੇ ਸਾਹਮਣੇ ਆਉਣ ਅਤੇ ਸੈਂਟਰਲ ਗਵਰਨਮੈਂਟ ਨੂੰ ਵੀ ਫਾਇਦਾ ਹੋਊਗਾ। ਦੇਖੋ ਅਸੀਂ ਸਭ ਤੋਂ ਵੱਧ ਆਡੀਬਲ ਆਇਲ ਇੰਪੋਰਟ ਕਰਦੇ ਹਾਂ, ਲਾਰਜੈਸਟ ਇੰਪੋਰਟਰ ਹਾਂ ਅਸੀਂ। ਇਹ ਜੇ ਆਪਣਾ ਪੈਦਾ ਹੋਣ ਲੱਗ ਜੂਗਾ, ਸਾਡੇ ਤੇਲ ਪਦਾਰਥ ਪੈਦਾ ਹੋਣਗੇ, ਤੁਹਾਡੀਆਂ ਇੰਪੋਰਟਸ 'ਤੇ ਫਰਕ ਪਊਗਾ। ਜੇ ਤੁਸੀਂ ਐਥਨੋਲ ਪੈਟਰੋਲ ਦੇ ਵਿੱਚ 20% ਮੈਂਡੇਟਰੀ ਕਰ ਦਿਓ ਅਤੇ ਮੱਕੀ 'ਤੇ ਸਬਸਿਡੀ ਦੇ ਦਿਓ ਤਾਂ ਮੱਕੀ ਬੀਜਣ ਵੀ ਲੋਕ ਲੱਗ ਜਾਣਗੇ। ਅਤੇ ਜੇ ਤੁਹਾਡੀ ਇੰਪੋਰਟ ਬਚ ਗਈ, ਤੁਸੀਂ ਅੰਦਾਜ਼ਾ ਲਾਓ ਕੰਟਰੀ ਦਾ ਜਿਹੜਾ ਡੈਫੀਸਿਟ ਹੈ ਇੰਪੋਰਟ ਐਕਸਪੋਰਟ ਦਾ, ਉਹ ਵੀ ਪੂਰਾ ਹੋਊਗਾ। ਉਹਦੀ ਵੀ ਇੱਕ ਮੁੱਲ ਹੈ, ਉਸ ਮੁੱਲ ਲਈ ਜੇ ਥੋੜੀ ਸਬਸਿਡੀ ਦੇਣੀ ਪੈ ਜਾਵੇ ਤਾਂ ਦੇ ਦੇਣੀ ਚਾਹੀਦੀ। ਬਿਲਕੁਲ। ਤੇ ਇਸ ਦੇ ਨਾਲ ਹੀ ਇੱਕ ਹੋਰ ਟਾਂਡਾ ਸਾਹਿਬ ਬਹੁਤ ਵੱਡਾ ਸਵਾਲ ਹੈ, ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗਾਂ ਕੀਤੀਆਂ ਜਾ ਰਹੀਆਂ। 8 ਦੇ ਕਰੀਬ ਮੰਗਾਂ ਦਾ ਵੇਰਵਾ ਉਦੋਂ ਵੀ ਦਿੱਤਾ ਜਦੋਂ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਮੰਗਿਆ। ਉਸ ਪ੍ਰਪੋਜ਼ਲ ਦੇ ਵਿੱਚ ਵੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਮਤੇ ਜੋ ਪਾਏ ਗਏ ਸੀ, ਉਹਨਾਂ ਮਤਿਆਂ ਦੀ ਮੰਗ ਵੀ ਕਿਸਾਨਾਂ ਦੇ ਵੱਲੋਂ ਨਹੀਂ ਸੀ ਹੋਣੀ ਚਾਹੀਦੀ ਕਿ ਇਹਨਾਂ ਦੇ ਵੱਲ ਵੀ ਗੌਰ ਕੀਤਾ ਜਾਣਾ ਚਾਹੀਦਾ। ਜਿਸ ਤਰ੍ਹਾਂ MSP ਨੂੰ ਲੈ ਕੇ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਸੀ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਦੇਖੋ ਕਿਸਾਨ ਵੀ ਸਮਝਦਾ ਕਿ ਮਤਿਆਂ 'ਚ ਕੁਝ ਬਹੁਤਾ ਕੱਢਣ ਪਾਣ ਹੋਣੀ ਜੀ। ਦੇਖੋ ਉਹ ਜਿਹੜੇ ਮਤੇ ਹੈ ਨਾ, ਉਹ ਡੈਫੀਨੇਟਲੀ ਇੱਕ, ਮੈਂ ਪੋਲੀਟੀਕਲ ਗੱਲ ਕਰਨੀ ਨਹੀਂ ਚਾਹੁੰਦਾ, ਇਹ ਕਈ ਬੰਦੇ ਇਸ ਐਜੀਟੇਸ਼ਨ ਨੂੰ ਬੈਨੀਫਿਟ ਲੈਣ ਲਈ ਐਂਡ ਨੈਚੁਰਲ ਵੀ ਹੈ, ਪੋਲੀਟੀਕਲ ਪਾਰਟੀਆਂ ਕਰਦੀਆਂ ਵੀ ਹੈ। ਦੇਖੋ ਜਿਹੜਾ ਪੰਜਾਬ ਦਾ ਸਾਡਾ PAMC ਐਕਟ ਹੈ, ਜਿਹੜਾ ਸਮੇਂ-ਸਮੇਂ ਸਿਰ ਸੋਧ ਹੋਈ ਹੈ, ਇਹ ਸਰਕਾਰ ਨੇ ਵੀ ਸੋਧ ਕੀਤੀ ਹੈ, ਪਹਿਲੀਆਂ ਸਰਕਾਰਾਂ ਨੇ ਵੀ ਸੋਧ ਕੀਤੀ ਹੈ, ਉਹ ਐਕਟ ਇਹ ਐਕਟ ਦੇ ਪੈਰਲਲ ਹੈ। ਉਹ ਐਕਟਸ ਦੇ ਵਿੱਚ ਪ੍ਰਾਈਵੇਟ ਪਲੇਅਰਸ ਨੂੰ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਹੈ, ਖਰੀਦ ਸਕਦੇ ਆ ਉਹ। ਸਿਰਫ ਤੇ ਸਿਰਫ ਜਿਹੜਾ ਬੇਸਿਕ ਡਿਫਰੈਂਸ ਹੈ ਇਹ ਐਕਟਸ ਦਾ ਅਤੇ ਪੰਜਾਬ ਦਾ ਜਿਹੜਾ ਮੰਡੀ ਐਕਟ ਹੈ, ਉਹਦੇ 'ਚ ਇਹ ਹੈ ਕਿ ਪ੍ਰਾਈਵੇਟ ਯਾਰਡਸ ਵੀ ਹੋ ਸਕਦੇ, ਇਹਦੇ 'ਚ ਯਾਰਡ ਨਹੀਂ ਹੈ, ਇਹਦੇ 'ਚ ਐਨੀਵਨ ਕੈਨ ਬਾਏ, ਯਾਰਡ ਮੰਡੀ ਬਣਾਉਣ ਦੀ ਲੋੜ ਨਹੀਂ। ਦੂਜਾ ਇਹ ਹੈ ਕਿ ਜਿੱਥੇ ਪ੍ਰਾਈਵੇਟ ਵਿਕੂ ਉੱਥੇ ਵੀ ਸਰਕਾਰ ਦਾ ਟੈਕਸ ਲੱਗੂਗਾ। ਇਹ ਸਰਕਾਰ ਪੱਖੀ ਹੈ, ਅਤੇ ਜਿਹੜਾ ਇਹਦੇ 'ਚ ਲਿਖਿਆ ਕਿ ਟੈਕਸ ਬਿਲਕੁਲ ਨਹੀਂ ਲੱਗੂਗਾ, ਜੇ ਤੁਸੀਂ ਪ੍ਰਾਈਵੇਟ ਪਲੇਅਰ ਨੂੰ ਵੇਚਦੇ ਹੋ ਕੋਈ ਟੈਕਸ ਨਹੀਂ ਲੱਗੂਗਾ। ਮੈਂ ਸਮਝਦਾ ਫਾਰਮਰ ਪੱਖੀ ਹੈ, ਪਰ ਜਦ ਜਿੱਥੇ ਵਿਵਾਦ ਹੋ ਜਾਵੇ ਉਸ ਵਿਵਾਦ ਨੂੰ ਫਿਰ ਨਿਬੇੜਨ ਲਈ ਕੂਲ ਐਟਮੋਸਫੀਅਰ ਕ੍ਰੀਏਟ ਕਰਨ ਦੀ ਲੋੜ ਹੁੰਦੀ ਹੈ, ਵਿਸ਼ਵਾਸ ਪੈਦਾ ਕਰਨ ਦੀ ਲੋੜ ਪਊਗੀ। ਜਿਹੜਾ ਫਾਰਮਰ ਦਾ ਵਿਸ਼ਵਾਸ ਸਰਕਾਰ ਪ੍ਰਤੀ 0 ਲੈਵਲ 'ਤੇ ਹੈ, ਇਹਨੂੰ ਕਿਤੇ ਨਾ ਕਿਤੇ 90+ ਲੈਵਲ 'ਤੇ ਲਿਜਾਣਾ ਪਊਗਾ, ਫਿਰ ਟਾਕ ਕਰਨੀ ਪਊਗੀ। ਅੱਜ ਟਾਕ ਕਰਨ ਦਾ ਮਾਹੌਲ ਨਹੀਂ ਹੈ, ਅੱਜ ਇਸ ਨੂੰ ਵਾਈਂਡ ਅਪ ਕਰਨ ਦਾ ਮਾਹੌਲ ਹੈ। ਐਂਡ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਫੇਰ ਕਹੂੰਗਾ ਮੈਗਨੀਮਸ ਹੋਣਾ ਚਾਹੀਦਾ ਹੈ, ਨਿਮਾਣੇ ਹੋਣਾ ਚਾਹੀਦਾ, ਦਿਆਲੂ ਹੋਣਾ ਚਾਹੀਦਾ, ਕਰ ਲੈਣਾ ਚਾਹੀਦਾ। ਟਾਂਡਾ ਸਾਹਿਬ, ਹੁਣ ਫਿਊਚਰ ਕੀ ਵੇਖ ਰਹੇ ਹੋ ਇਸ ਪੂਰੇ ਅੰਦੋਲਨ ਦਾ? ਅੱਗੇ ਕਿੱਧਰ ਜਾ ਸਕਦਾ ਅੰਦੋਲਨ? ਕਿਉਂਕਿ 26 ਜਨਵਰੀ ਦਾ ਫੈਸਲਾ ਬਹੁਤ ਵੱਡਾ ਕਿਸਾਨਾਂ ਦਾ, ਇੱਕ ਪਾਸੇ ਸਾਡੇ ਦੇਸ਼ ਦੀ ਪਰੇਡ ਹੋਣੀ, ਉਧਰ ਦੂਜੇ ਪਾਸੇ ਕਿਸਾਨਾਂ ਦੇ ਟਰੈਕਟਰ ਮਾਰਚ ਦੀ ਗੱਲ ਕਹੀ ਜਾ ਰਹੀ ਹੈ। ਇਸ ਅੱਗੇ ਤੁਰਦੇ ਅੰਦੋਲਨ ਕਿੱਦਾਂ ਵੇਖ ਰਹੇ ਹੋ ਤੁਸੀਂ? ਦੇਖੋ ਗਵਰਨਮੈਂਟ ਆਫ ਇੰਡੀਆ ਆਲਰੇਡੀ ਕਈ ਫਰੰਟਸ 'ਤੇ ਜੂਝ ਰਹੀ ਹੈ। ਕਰੋਨਾ 1 ਫਰੰਟ, ਨੰਬਰ 2 ਫਰੰਟ ਸਾਡੇ ਨਦਰਨ ਐਂਡ ਵੈਸਟਰਨ ਦੋਨੇ ਬਾਰਡਰਸ ਦੇ ਉੱਤੇ ਆਰਮੀ ਬੈਠੀ ਹੈ। ਚਾਈਨਾ 'ਚ ਅਸੀਂ ਆਈਬੋਲ ਟੂ ਆਈਬੋਲ ਹੈ। 10 ਸੂਬਿਆਂ ਦੇ ਵਿੱਚ ਬਰਡ ਫਲੂ ਫੈਲ ਚੁੱਕਾ ਹੈ, ਹੋਰ ਫੈਲ ਸਕਦਾ ਹੈ। ਇਹਦੇ ਇਲਾਵਾ ਸਾਡੀ ਇਕਨੋਮਿਕ ਕ੍ਰਾਈਸਿਸ ਹੈ ਕੰਟਰੀ ਦੇ ਵਿੱਚ, ਕਰੋਨਾ ਨੇ ਅਸਰ ਕੀਤਾ ਹੈ, ਫਿਰ
ਪੰਜਾਬ ਦੇ ਵਿੱਚ ਖਾਸ ਤੌਰ ਤੇ ਇਸ ਐਜੀਟੇਸ਼ਨ ਨੇ ਅਸਰ ਕੀਤਾ ਹੈ। ਪੰਜਾਬ ਸਰਕਾਰ ਨੇ ਹੁਣ ਹੋਰ ਟੈਕਸ ਲਗਾ ਦਿੱਤਾ ਹੈ, ਪੈਟਰੋਲ ਤੇ 25 ਪੈਸੇ, ਡੀਜ਼ਲ ਤੇ ਲਗਾ ਦਿੱਤਾ ਹੈ। ਇਸੇ ਤਰ੍ਹਾਂ ਪ੍ਰੋਪਰਟੀ ਖਰੀਦਣ ਵੇਚਣ ਤੇ ਵੀ 0.25 ਉਹਦੇ ਤੇ ਟੈਕਸ ਲਗਾ ਦਿੱਤਾ ਹੈ। ਇਹ ਭਾਰ ਕਿਹਦੇ ਤੇ ਪੈਣਾ ਆਖਰ? ਇਹ ਐਜੀਟੇਸ਼ਨ ਰੁੱਖ ਬਦਲਦੀ ਹੈ ਜੀ। ਇਸ ਐਜੀਟੇਸ਼ਨ 'ਚ ਸੋ ਫਾਰ ਟੋਟਲ ਪੀਸਫੁਲ ਰਹੇ ਹੈ, ਪਰ ਜੇ ਕੋਈ ਵਾਇਲੈਂਟ ਆਂਸਰਸ ਇਸ ਨੂੰ ਡਿਸਟੋਰਟ ਕਰਦੇ ਹੈ, ਡਿਸਅਟਰੈਕਟ ਕਰਦੇ ਹੈ ਜਾਂ ਸ਼ਰਾਰਤ ਕਰਦੇ ਹੈ, ਉਸ ਸ਼ਰਾਰਤ ਦੇ ਚੱਲਦੇ ਕਿਤੇ ਨਾ ਕਿਤੇ ਕੋਈ ਐਸਾ ਮਾਹੌਲ ਕ੍ਰੀਏਟ ਹੁੰਦਾ ਹੈ ਜਿਹੜਾ ਪੀਸ ਐਟਮੋਸਫੀਅਰ ਦੇ ਉਲਟ ਹੋਵੇ, ਤਾਂ ਸ਼ਾਇਦ ਐਡਾ ਵੱਡੀ ਕੀਮਤ ਸਾਨੂੰ ਦੇਣੀ ਪਊਗੀ ਮੁੜ ਕੇ। ਫਿਰ ਅਸੀਂ ਸੰਤਾਪ ਕੱਟ ਚੁੱਕੇ ਹਾਂ। ਦੇਖੋ SYL ਦੇ ਚੱਲਦੇ ਉਸ ਸਮੇਂ ਦੇ ਵਿੱਚ ਕਿੱਥੇ ਪਹੁੰਚਿਆ ਮਾਹੌਲ, ਕਿੰਨੇ ਸਮਾਂ ਲੱਗਿਆ ਮਾਹੌਲ ਨੂੰ ਸੁਧਰਨ ਲਈ, ਉਹਦੇ ਹਲੇ ਵੀ ਜ਼ਲਜ਼ਲੇ ਨਜ਼ਰ ਆਉਂਦੇ ਹੈ। ਇਹਦੇ ਲਈ ਬੜਾ ਸੰਜੀਦਗੀ ਨਾਲ ਸੋਚਣਾ ਪੈਣਾ ਹੈ। ਗਵਰਨਮੈਂਟ ਆਫ ਇੰਡੀਆ ਨੂੰ ਬਹੁਤ ਇਨ ਡੈਪਥ ਸੋਚਣਾ ਪਊਗਾ। ਐਂਡ ਇਹ ਜੇ ਨਹੀਂ ਸੋਚਣਗੇ ਕਿ ਇਹੋ ਜਿਹੇ ਇਸ਼ੂਜ਼ ਨੇ ਜਿਹੜੇ ਮੈਂ ਇੱਥੇ ਬੋਲ ਨਹੀਂ ਸਕਦਾ, ਉਹ ਨੈਸ਼ਨਲ ਸਿਕਿਉਰਿਟੀ ਲਈ ਮੁਨਾਸਬ ਨਹੀਂ ਹੋਣਗੇ ਕਿ ਮੈਂ ਉਹਦਾ ਜ਼ਿਕਰ ਇੱਥੇ ਕਰਾਂ, ਉਸ ਐਂਗਲ ਤੋਂ ਵੀ ਗਵਰਨਮੈਂਟ ਆਫ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਹੈ। ਐਂਡ ਕਿਤੇ ਨਾ ਦੇਖੋ ਫਾਰਮ ਲੀਡਰਸ਼ਿਪ ਹੈ ਨਾ ਜਿਹੜੀ ਐਜੀਟੇਸ਼ਨ ਦੀ, ਮੇਰੀ ਪਰਸਨਲ ਫੀਲਿੰਗ ਉਹ ਲੀਡਰਸ਼ਿਪ ਇਸ ਐਕਟਸ ਨੂੰ ਵਾਪਸ ਲੈਣ ਦੇ ਬਿਨਾਂ ਕੋਈ ਫੈਸਲਾ ਕਰ ਹੀ ਨਹੀਂ ਸਕਦੇ। ਜੋ ਕਰਨਗੇ ਉਹਨਾਂ ਦਾ ਰਿਵੋਲਟ ਹੋ ਉਹਨਾਂ ਦੇ ਅਗੇਂਸਟ। ਸੋ ਇਸ ਕਰਕੇ ਉਹਨਾਂ ਤੋਂ ਉਮੀਦ ਰੱਖਣਾ ਕਿ ਉਹ ਨੈਗੋਸ਼ੀਏਸ਼ਨ ਕਰਕੇ ਕਰ ਲੈਣਗੇ, ਇਹ ਨਹੀਂ ਕਰਨਾ ਚਾਹੀਦਾ। ਤੇ ਟੰਡਾ ਸਾਹਿਬ, ਇੱਕ ਜਾਂਦੇ ਜਾਂਦੇ ਆਖਰੀ ਸਵਾਲ ਜ਼ਰੂਰ ਲਵਾਂਗਾ ਕਿ ਜਿਸ ਤਰ੍ਹਾਂ ਸੁਣਵਾਈ ਜਦੋਂ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਚੱਲੀ ਦੇਰ ਸ਼ਾਮ ਤੱਕ, ਉਦੋਂ ਤੱਕ ਇਹ ਗੱਲਾਂ ਰਹੀਆਂ ਕਿ ਕੇਂਦਰ ਸਰਕਾਰ ਦੇ ਪੱਖ ਤੋਂ ਜੋ ਉਹਨਾਂ ਦੇ ਵਕੀਲ ਪਹੁੰਚੇ ਸੀ ਜਾਂ ਐਡਵੋਕੇਟ ਜਨਰਲ ਪਹੁੰਚਦੇ ਨੇ ਜਾਂ ਵੱਖ-ਵੱਖ ਲੋਕ ਪਹੁੰਚਦੇ ਨੇ, ਉਹਨਾਂ ਨੇ ਇਹ ਪੱਖ ਰੱਖਿਆ ਗਿਆ ਕਿ ਇੱਥੇ ਖਾਲਿਸਤਾਨੀ ਅਨਸਰ ਨੇ ਜਿਹੜੇ ਇਸ ਧਰਨੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਫੰਡਿੰਗ ਕਰ ਰਹੇ ਨੇ। ਪਰ ਕੋਰਟ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਲਿਖਤੀ ਕਿਸੇ ਤਰ੍ਹਾਂ ਦਾ ਸਬੂਤ ਹੈ ਤਾਂ ਪੇਸ਼ ਕਰੋ। ਅੱਜ ਦਾ ਸਮਾਂ ਉਹਨਾਂ ਦੇ ਕੋਲ ਹੈ ਕਿ ਅੱਜ ਤੁਸੀਂ ਇਸ ਨੂੰ ਪੇਸ਼ ਕਰ ਦਿਓ। ਤੇ ਇਸ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਜੇਕਰ ਸਰਕਾਰ ਕੋਲ ਅਜਿਹੀ ਕੁਝ ਹੈ ਤਾਂ ਕਿਸਾਨ ਵੀ ਕਹਿੰਦੇ ਕਿ ਫੜ ਕੇ ਉਹਨਾਂ ਨੂੰ ਅੰਦਰ, ਜੇ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ। ਦੇਖੋ, ਜੇ ਸਰਕਾਰ ਨੇ ਕਿਹਾ ਕਿਸੇ ਬੁਨਿਆਦ ਤੇ ਕਿਹਾ ਹੋਊਗਾ, ਜੇ ਸਰਕਾਰ ਨੇ ਕਿਹਾ ਕਿਸੇ ਖਦਸ਼ੇ ਤੇ ਕਿਹਾ ਹੋਊਗਾ, ਜੇ ਸਰਕਾਰ ਨੂੰ ਇਹ ਫੀਲਿੰਗ ਹੈ ਫਿਰ ਤਾਂ ਹੋਰ ਜ਼ਿਆਦਾ ਜ਼ਰੂਰੀ ਹੈ ਕਿ ਸਰਕਾਰ ਨੂੰ ਇਸ ਐਜੀਟੇਸ਼ਨ ਨੂੰ ਅੱਗੇ ਨਹੀਂ ਜਾਣ ਦੇਣਾ ਚਾਹੀਦਾ। ਸਰਕਾਰ ਸਿਰਫ ਇੰਨੇ ਨਾਲ ਕਿ ਐਕਟ ਅਸੀਂ ਲਾਗੂ ਨਹੀਂ ਕਰਾਂਗੇ ਜਦ ਤੱਕ ਫਾਰਮਰ ਨਹੀਂ ਮੰਨਦਾ, ਇੰਨੇ ਨਾਲ ਮਸਲਾ ਹੱਲ ਹੁੰਦਾ ਹੈ। ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਵੀ ਜਿਹੜਾ ਉਹ ਰਿਜ਼ੋਲਵ ਹੁੰਦਾ ਹੈ ਤਾਂ ਕਰ ਲੈਣਾ ਚਾਹੀਦਾ ਹੈ। ਦੇਖੋ 70 ਸਾਲ ਇਹ ਕਾਨੂੰਨ ਨਹੀਂ ਸੀ, ਤੇ ਜੇ ਹੋਰ ਸਾਲ 2 ਸਾਲ ਨਹੀਂ ਹੋਣਗੇ ਤਾਂ ਕੀ ਹੋ ਜਾਊ? ਇਹ ਗਵਰਨਮੈਂਟ ਆਫ ਇੰਡੀਆ ਨੂੰ ਸੋਚਣਾ ਪਊਗਾ। ਮੈਂ ਸਮਝਦਾ ਕਿ ਚਾਈਨਾ ਵਿੱਚ ਇਹੋ ਜਿਹੇ ਕਾਨੂੰਨ 30 ਸਾਲ ਪਹਿਲਾਂ ਆਏ ਹੈ, ਚਾਈਨਾ ਦੀ ਪ੍ਰੋਡਿਊਸ ਫੋਰਨ ਡੈਸਟੀਨੇਸ਼ਨ ਤੇ ਜਾਣ ਲੱਗੀ ਹੈ। ਸਾਡੇ UPA ਸਰਕਾਰ ਤੋਂ ਲੈ ਕੇ ਲਗਾਤਾਰ ਅਮੈਂਡਮੈਂਟਸ ਆਉਂਦੀਆਂ ਆਈਆਂ। ਆਲੂ ਦੇ ਵਿੱਚ ਕਾਰਪੋਰੇਟਸ ਪਹੁੰਚ ਗਏ, ਫਲਾਂ ਦੇ ਵਿੱਚ ਕਾਰਪੋਰੇਟ ਪਹੁੰਚ ਗਏ, ਕੈਨੋਲ ਦਾ ਸੇਬ ਪੂਰੀ ਵਰਲਡ 'ਚ ਪਹੁੰਚ ਗਿਆ। ਹੈਗੀਆਂ ਸਿਚੁਏਸ਼ਨਸ, ਪਰ ਇਹ ਸਿਚੁਏਸ਼ਨ ਜਿਹੜਾ ਫਾਰਮ ਕ੍ਰਾਈਸਿਸ ਦੇ ਵਿੱਚ ਲੰਘ ਰਿਹਾ ਹੈ, ਉਸ ਫਾਰਮਰ ਨੂੰ ਤੁਸੀਂ ਸਭ ਤੋਂ ਪਹਿਲਾਂ ਕਨਵਿੰਸ ਕਰਨਾ ਪਊਗਾ ਕਿ ਉਹਦੇ ਇੰਟਰਸਟ ਕੰਪਰੋਮਾਈਜ਼ ਤਾਂ ਨਹੀਂ ਹੋ ਰਹੇ। ਇਕੱਲਾ ਕਨਵਿੰਸ ਨਹੀਂ, ਇਨਸ਼ੋਰ ਕਰਨਾ ਪਊਗਾ ਬਾਏ ਲੈਜਿਸਲੇਸ਼ਨ ਇਟਸੈਲਫ ਕਿ ਫਾਰਮਰ ਦੇ ਇੰਟਰਸਟ ਕੰਪਰੋਮਾਈਜ਼ ਨਾ ਹੋਣ। ਜੀ, ਸੋ ਬਿਲਕੁਲ ਜੋ ਵੱਖੋ ਵੱਖਰਾ ਤਰ੍ਹਾਂ ਦੀਆਂ ਦਲੀਲਾਂ ਇਸ ਲਗਾਤਾਰ ਜੋ ਸੁਣਵਾਈ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ, ਜਾਂ ਬੇਸਿੱਟਾ ਮੀਟਿੰਗਾਂ ਰਹੀਆਂ ਨੇ, ਇੰਨੀਆਂ 8 ਦੇ ਕਰੀਬ ਮੀਟਿੰਗਾਂ ਹੁੰਦੀਆਂ, ਉਹਨਾਂ ਦੇ ਵਿੱਚੋਂ ਸਿਰਫ ਇੱਕ 'ਚੋਂ ਨਤੀਜਾ ਨਿਕਲਦਾ ਹੈ ਤੇ ਜਦੋਂ 8ਵੀਂ ਮੀਟਿੰਗ ਆ ਉਹ ਫਿਰ ਬੇਸਿੱਟਾ ਨਿਕਲਦੀ ਹੈ, ਤਾਂ ਸਭ ਦੀਆਂ ਨਿਗਾਹਾਂ ਸੁਪਰੀਮ ਕੋਰਟ ਦੀ ਕਾਰਵਾਈ ਤੇ ਸਨ। ਟਾਂਡਾ ਸਾਹਿਬ, ਇੱਕ ਸਵਾਲ ਹੋਰ ਹੈ, 15 ਜਨਵਰੀ ਦੀ ਦੁਬਾਰਾ ਮੀਟਿੰਗ ਹੈ, ਉਸ ਤੋਂ ਪਹਿਲਾਂ ਸੁਣਵਾਈ ਦੇ ਵਿੱਚ ਇੱਕ ਕਮੇਟੀ ਬਣ ਜਾਂਦੀ ਹੈ। ਕੀ ਲੱਗਦਾ ਕਿ ਹੁਣ ਅਗਲੀ ਜੋ ਮੀਟਿੰਗ ਹੈ ਉਹ ਕਰਨੀ ਬਣਦੀ ਹੈ ਜਾਂ ਫਿਰ ਸਿੱਧਾ ਕਮੇਟੀ ਦੇ ਉੱਤੇ ਸਭ ਨੂੰ ਟੇਕ ਲਾ ਲੈਣੀ ਚਾਹੀਦੀ ਹੈ? ਜੇ ਫਾਰਮਰਸ ਨੇ ਕਹਿ ਦਿੱਤਾ ਸੀ ਕਮੇਟੀ 'ਚ ਨਹੀਂ ਜਾਣਾ, ਤਾਂ ਮੈਂ ਤਾਂ ਸਮਝਦਾ ਡੈਡਲੌਕ ਹੋਰ ਜਟਿਲ ਹੋ ਗਿਆ। ਦੇਖੋ, ਇੱਕ ਪਾਸੇ ਕਿਹਾ ਜਾਂਦਾ ਹੈ ਕਿ ਫਾਰਮਰ ਮੰਨਦੇ ਹੀ ਨਹੀਂ, ਇਹ ਕਹਿੰਦੇ ਆ ਕਿ ਵਾਪਸ ਲਓ। ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਵਾਪਸ ਨਹੀਂ ਲੈਣਾ। ਇਹ 2 ਸਟਰੋਂਗ ਸਟੈਂਡਸ ਹੈ। ਕੋਈ ਤਾਂ ਆਪਣਾ ਸਟੈਂਡ ਛੱਡੂਗਾ ਨਾ, ਤਾਂ ਡਾਇਲੌਗ 'ਚੋਂ ਕੁਛ ਨਿਕਲੂਗਾ। ਔਰ ਮੈਂ ਤਾਂ ਅੱਗੇ ਵੀ ਕਈ ਵਾਰ ਕਿਹਾ ਕਿ ਜੇ ਅਸੀਂ ਹੱਥ ਛੱਤ ਫਸਾਉਣਾ ਹੈ, ਸਾਨੂੰ ਮੈਚ ਕਰਨੀਆਂ ਪੈਣਗੀਆਂ ਉਂਗਲੀਆਂ। ਜੇ ਮੈਂ ਉਂਗਲੀਆਂ ਨਾਲ ਉਂਗਲੀਆਂ ਫਸਾ ਦੇਵਾਂ, ਨਹੀਂ ਮੈਚ ਹੋਣੀ। ਸੋ ਅੱਜ ਆਹ ਸਿਚੁਏਸ਼ਨ ਹੈ, ਇਹਨੂੰ ਸਲਿੱਪ ਕਰਕੇ ਇੱਥੇ ਲਿਜਾਣੀ ਪੈਣੀ ਹੈ। ਇਹ ਕੌਣ ਲਿਜਾ ਸਕਦਾ? ਇਹ ਗਵਰਨਮੈਂਟ ਲਿਜਾ ਸਕਦੀ ਹੈ, ਕਿਉਂਕਿ ਗਵਰਨਮੈਂਟ ਦੇ ਹੱਥ 'ਚ ਬੈਂਡ ਹੋਣਾ, ਫਾਰਮ ਲੀਡਰਸ ਦੇ ਹੱਥ 'ਚ ਬੈਂਡ ਹੋਣ ਦੀ ਮੇਰੇ ਖਿਆਲ ਸਕੋਪ ਨਹੀਂ ਹੈ। ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਉਹ ਬੈਂਡ ਨਹੀਂ ਕਰ ਸਕਦੇ। ਜੇ ਉਹ ਬੈਂਡ ਕਰਕੇ ਐਗਰੀ ਵੀ ਕਰਾ ਲਊ ਗਵਰਨਮੈਂਟ, ਮੰਨ ਲਓ ਐਗਰੀ ਕਰਾ ਲਵੇ, ਐਂਡ ਇਹਦੇ ਹੋਰ ਕ੍ਰਾਈਸਿਸ ਪੈਦਾ ਹੋਣਗੇ। ਇਹ ਫਾਰਮ ਲੀਡਰਸ ਨੂੰ ਨਕਾਰ ਦੇਣਗੇ ਉਹ ਬੰਦੇ ਜਿਹੜੇ ਉੱਥੇ ਬੈਠੇ ਆ, ਉਹ ਨਵੀਂ ਲੀਡਰਸ਼ਿਪ ਆ ਜਾਊਗੀ। ਸੋ ਟਰਾਈ ਟੂ ਰਿਅਲਾਈਜ਼
ਕਿ ਇਹ ਪੋਸੀਬਲ ਨਹੀਂ ਹੈ। ਐਂਡ ਜਿਹੜੇ ਫਾਰਮ ਲੀਡਰਸ ਵੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਇਸ ਤੋਂ ਘੱਟ ਨਹੀਂ ਮੰਨ ਸਕਦੇ, ਇਸੇ ਲਈ ਉਹ ਇਸੇ ਤੇ ਸਟਿਕ ਕਰ ਰਹੇ ਹੈ। ਜੀ, ਸੋ ਵੱਖ-ਵੱਖ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਹੋਈਆਂ ਨੇ। ਜੋ ਹੁਣ ਤੱਕ ਦੇ ਸਵਾਲ ਖੜੇ ਹੋ ਰਹੇ ਸੀ ਕਿ ਜੋ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਗਿਆ ਹੈ ਤੇ ਕਿਸਾਨ ਆਗੂ ਇਸ ਕਮੇਟੀ ਦਾ ਹਿੱਸਾ ਕਿਉਂ ਨਹੀਂ ਬਣ ਰਹੇ, ਟਾਂਡਾ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਹੈ ਕਿ ਕਿਉਂ ਆਖਰਕਾਰ ਕਿਸਾਨ ਆਗੂ ਇਸ ਕਮੇਟੀ ਦਾ ਹਿੱਸਾ ਨਹੀਂ ਬਣ ਸਕਦੇ। ਸੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਟਾਂਡਾ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਬਹੁਤ ਬਹੁਤ ਧੰਨਵਾਦ। ਜੈ ਹਿੰਦ।